ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਵਿਰੁੱਧ ਕਤਲ ਦਾ ਪਰਚਾ ਦਰਜ ਹੈ ਜੀ। ਕਤਲ ਦੀ ਸਾਜ਼ਿਸ਼ ਰਚਣ ਦਾ ਪਰਚਾ ਦਰਜ ਆ, ਡਕੈਤੀ ਦਾ ਆ, ਦੰਗੇ ਫੈਲਾਉਣ ਦਾ ਆ, ਅੱਤਵਾਦ ਦਾ ਆ ਜੀ। ਗ੍ਰਹਿ ਰਾਜ ਮੰਤਰੀ ਆ ਜੀ। ਪਰ ਜੇ ਆਪਾਂ ਗੱਲ ਕਰ ਲਈਏ ਅਮਿਤ ਸ਼ਾਹ ਦੀ ਜਿਹੜੇ ਹੋਮ ਮਿਨਿਸਟਰ ਆ ਤਾਂ ਉਹਨਾਂ ਦੇ ਖਿਲਾਫ ਵੀ ਕੇਸ ਦਰਜ ਆ। ਬਨਵੈਦ ਸਾਹਿਬ, ਜਿਹੜਾ ਤੁਸੀਂ ਪਹਿਲਾਂ ਦੱਸਿਆ ਸੀ ਕਿ 17 ਕ੍ਰਿਮੀਨਲ ਕੇਸ ਦਰਜ ਨੇ ਮੰਤਰੀ ਦੇ ਖਿਲਾਫ, ਇਹ ਕੇਸ ਕਦੋਂ ਉਹਨਾਂ ਦੇ ਖਿਲਾਫ ਦਰਜ ਹੋਏ ਨੇ? ਜਦੋਂ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਤੋਂ ਹੀ ਹੋਏ ਨੇ ਜਾਂ ਫਿਰ ਇਹ ਸਿਆਸਤ ਦੇ ਵਿੱਚ ਸੀਗੇ ਜਦੋਂ ਉਦੋਂ ਹੋਏ ਨੇ, ਤੇ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ? ਦੇਖੋ, ਤੇ ਇਹ ਪਤਾ ਲੱਗ ਗਿਆ ਸੀ ਕਿਉਂਕਿ ਹੈਲੀਪੈਡ ਘੇਰ ਲਿਆ ਤੇ ਉਹਨਾਂ ਨੇ ਜਿਹੜਾ ਆ ਨਹੀਂ ਆਉਣਾ ਹੈਗਾ। ਫਿਰ ਅਜੇ ਮਿਸ਼ਰਾ ਦਾ ਬੇਟਾ ਜਿਹੜਾ ਸ਼ੀਸ਼ ਮਿਸ਼ਰਾ ਆ ਉੱਥੇ ਕੀ ਕਰਨ ਗਿਆ ਸੀਗਾ। ਸੋ ਇਹ ਕੁੱਲ ਮਿਲਾ ਕੇ ਆਪਾਂ ਕਹਾਂਗੇ ਕਿ ਚਾਹੇ ਰਸਤੇ ਖਾਲੀ ਕਰਾਉਣ ਦੀ ਗੱਲ ਆ, ਚਾਹੇ ਲਖੀਮਪੁਰ ਚ ਕੁੱਟਣ ਦੀ ਗੱਲ ਆ, ਉਹ ਹੈ ਤਾਂ ਜਿਹੜੀ ਹੈ ਨਾ ਜੀ ਕਿਸਾਨ ਅੰਦੋਲਨ ਨੂੰ ਫੇਲ ਕਰਨ ਦੀ ਆ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਖਾਲਸ ਚਰਚਾ ਦੇ ਵਿੱਚ। ਚਰਚਾ ਦੇ ਨਾਲ ਮੈਂ ਹਰਸ਼ਰਨ ਕੌਰ ਅਤੇ ਮੇਰੇ ਨਾਲ ਸਾਡੇ ਸਹਿਯੋਗੀ ਤੇ ਸੀਨੀਅਰ ਪੱਤਰਕਾਰ ਕਮਲਜੀਤ ਸਿੰਘ ਬਨਵੈਦ ਜੁੜ ਚੁੱਕੇ ਨੇ। ਬਨਵੈਦ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਖਾਲਸ ਚਰਚਾ ਦੇ ਵਿੱਚ। ਸਤਿ ਸ਼੍ਰੀ ਅਕਾਲ। ਫਿਰ ਦਰਸ਼ਕੋ ਤੁਹਾਨੂੰ ਵੀ ਜੀ ਆਇਆਂ ਜੀ। ਸੋ ਜਿਹੜੀ ਯੂਪੀ ਦੇ ਲਖੀਮਪੁਰ ਖੀਰੀ ਦੇ ਵਿੱਚ ਐਤਵਾਰ ਦੀ ਸ਼ਾਮ ਤੱਕ ਜਿਹੜੀ ਘਟਨਾ ਵਾਪਰੀ ਹੈ, ਬਹੁਤ ਹੀ ਮੰਦਭਾਗੀ ਘਟਨਾ, ਬਹੁਤ ਹੀ ਆਪਾਂ ਕਹਿ ਸਕਦੇ ਹਾਂ ਕਿ ਦਰਿੰਦਗੀ ਦੇ ਨਾਲ ਉੱਥੇ ਕਿਸਾਨਾਂ ਨੂੰ ਕੁਚਲ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈ। ਕੁੱਲ 8 ਜਣਿਆਂ ਦੀ ਮੌਤ ਹੋਈ ਤੇ 4 ਕਿਸਾਨਾਂ ਦੀ ਮੌਤ ਹੋਈ ਹੈ, ਜਿਨ੍ਹਾਂ ਦੇ ਵਿੱਚੋਂ 3 ਜਿਹੜੇ ਨੌਜਵਾਨ ਨੇ, 2 ਤਾਂ ਮੁੱਛ-ਫੁੱਟ ਗੱਭਰੂ ਆਪਾਂ ਕਹਿ ਸਕਦੇ ਹਾਂ, 19-20 ਸਾਲ ਦੇ ਮੁੰਡੇ ਸੀਗੇ ਜਿਹੜੇ ਇਸ ਕਤਲੇਆਮ ਦੇ ਵਿੱਚ ਮਾਰੇ ਗਏ। ਕਿਸਾਨ ਇਸ ਨੂੰ ਨਸਲਕੁਸ਼ੀ ਕਹਿ ਰਹੇ ਨੇ, ਨਰਸੰਹਾਰ ਦੱਸ ਰਹੇ ਨੇ ਅਤੇ ਕਿਸਾਨਾਂ ਦੇ ਵੱਲੋਂ ਪ੍ਰਸ਼ਾਸਨ ਦੇ ਉੱਤੇ ਜਿਹੜਾ ਹੈਗਾ ਮੰਗਾਂ ਰੱਖੀਆਂ ਗਈਆਂ ਸੀ। ਪ੍ਰਸ਼ਾਸਨ ਦੇ ਉੱਤੇ ਦਬਾਅ ਪਾਉਣ ਦੇ ਲਈ, ਆਪਣੀਆਂ ਮੰਗਾਂ ਮਨਵਾਉਣ ਦੇ ਲਈ ਯੂਪੀ ਦੇ ਲਖੀਮਪੁਰ ਖੀਰੀ ਦੇ ਵਿੱਚ ਮ੍ਰਿਤਕ ਦੇਹਾਂ ਨੂੰ ਲੈ ਕੇ ਕਿਸਾਨਾਂ ਦੇ ਪਰਿਵਾਰ ਅਤੇ ਬਾਕੀ ਸਾਰੇ ਜਿਹੜੇ ਕਿਸਾਨ ਨੇ ਇਲਾਕੇ ਦੇ, ਉੱਥੇ ਧਰਨਾ ਲਾ ਕੇ ਬੈਠੇ ਸੀ। ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਸਹਿਮਤੀ ਬਣ ਗਈ ਹੈ। ਜਿਹੜੀਆਂ ਮੰਗਾਂ ਮੰਗ ਰਹੇ ਸੀ ਕਿਸਾਨ, ਜਿਹੜੀਆਂ ਮੰਗਾਂ ਸੀ ਉਹਨਾਂ ਦੇ ਵਿੱਚੋਂ 1-2 ਮੰਗਾਂ ਨੇ ਜਿਹੜੀਆਂ ਉਹ ਮੰਨੀਆਂ ਗਈਆਂ ਨੇ, ਅੱਧੀਆਂ ਪਚੱਧੀਆਂ ਉਹਨਾਂ ਨੂੰ ਕਿਹਾ ਜਾ ਸਕਦਾ, ਪਰ ਕਿਸਾਨਾਂ ਨੇ ਸਮਝੌਤਾ ਕਰ ਲਿਆ ਹੈਗਾ। ਸੋ ਇਸ ਮਸਲੇ ਦੇ ਵਿੱਚ ਮੁੱਖ ਜਿਹੜਾ ਕਲਪਰੇਟ ਮੰਨਿਆ ਜਾ ਰਿਹਾ ਹੈ ਕੇਂਦਰੀ ਰਾਜ ਮੰਤਰੀ, ਗ੍ਰਹਿ ਰਾਜ ਮੰਤਰੀ ਜਿਹੜੇ ਹੈਗੇ ਨੇ ਅਜੇ ਮਿਸ਼ਰਾ ਟੇਨੀ ਅਤੇ ਉਹਨਾਂ ਦਾ ਪੁੱਤਰ, ਜਿਹਨੇ ਗੱਡੀਆਂ ਚੜਾਈਆਂ ਕਿਸਾਨਾਂ ਦੇ ਉੱਤੇ, ਦੋਵਾਂ ਨੂੰ ਦੋਸ਼ੀ ਮੰਨਿਆ ਜਾ ਰਿਹਾ ਹੈ। ਤੇ ਜਿਹੜੇ ਉਹਨਾਂ ਦੇ ਨਾਲ ਸੰਗੀ ਸਾਥੀ ਹੋਰ ਆਏ ਸੀ ਉਹਨਾਂ ਸਾਰਿਆਂ ਨੂੰ, ਪਰ ਉਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਇਸ ਗੱਲ ਤੋਂ ਦਰਕਿਨਾਰ ਕਰ ਦਿੱਤਾ ਹੈ ਕਿ ਅਸੀਂ ਉੱਥੇ ਸੀਗੇ। ਉਹਨਾਂ ਨੇ ਸਿੱਧਾ ਹੀ ਸ਼ਰੇਆਮ ਕਹਿ ਦਿੱਤਾ ਕਿ ਅਸੀਂ ਤਾਂ ਘਟਨਾ ਵਾਲੀ ਥਾਂ ਤੇ ਮੌਜੂਦ ਹੀ ਨਹੀਂ ਸੀਗੇ। ਪਰ ਕਾਫੀ ਕੁਝ ਸਬੂਤ ਅਜਿਹੇ ਹੈਗੇ ਨੇ ਜਿਹੜੇ ਦਰਸਾਉਂਦੇ ਨੇ ਕਿ ਇਹ ਜਿਹੜਾ ਅੰਜਾਮ ਦਿੱਤਾ ਗਿਆ ਕਤਲੇਆਮ ਨੂੰ, ਉਹ ਮੰਤਰੀ ਦੇ ਪੁੱਤ ਦੇ ਵੱਲੋਂ ਹੀ ਦਿੱਤਾ ਗਿਆ ਹੈ। ਸਰਕਾਰ, ਉੱਥੋਂ ਦੇ ਪ੍ਰਸ਼ਾਸਨ ਨੇ ਵੀ ਦੱਸਿਆ ਕਿ ਜਿਹੜਾ ਮੰਤਰੀ ਦਾ ਪੁੱਤ ਹੈ ਉਹਦੇ ਖਿਲਾਫ ਅਤੇ ਕੁਝ ਕਿਸਾਨਾਂ ਦੇ ਖਿਲਾਫ ਵੀ ਪਰਚਾ ਦਰਜ ਕੀਤਾ ਗਿਆ, ਪਰ ਕਿਹੜੀਆਂ ਧਾਰਾਵਾਂ ਲਾਈਆਂ ਨੇ ਹਾਲੇ ਕੁਝ ਦੱਸਿਆ ਨਹੀਂ ਗਿਆ ਪੁਲਿਸ ਦੇ ਵੱਲੋਂ। ਸੋ ਬਨਵੈਦ ਸਾਹਿਬ, ਆਪਾਂ ਇਹ ਤੇ ਅੱਜ ਚਰਚਾ ਕਰਾਂਗੇ ਕਿ ਜਿਸ ਨੂੰ ਕਲਪਰੇਟ ਮੰਨਿਆ ਜਾ ਰਿਹਾ ਹੈ, ਜਿਸ ਮੰਤਰੀ ਨੂੰ, ਉਹਨੂੰ ਨਾ ਤਾਂ ਹਟਾਇਆ ਗਿਆ, ਬਰਖਾਸਤ ਕੀਤਾ ਗਿਆ ਤੇ ਨਾ ਹੀ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਾ ਹੀ 1-1 ਕਰੋੜ ਦਾ ਮੁਆਵਜ਼ਾ, ਉਹ ਚਲੋ 45 ਲੱਖ ਤੇ ਸਮਝੌਤਾ ਕਰ ਲਿਆ ਕਿਸਾਨਾਂ ਨੇ, ਤੇ ਨਾ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਗਿਆ। ਇਹ ਕਿਸਾਨਾਂ ਨੇ ਸਮਝੌਤਾ ਕਰ ਕਿਵੇਂ ਲਿਆ? ਆਖਿਰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕੁਝ ਲੋਕਾਂ ਨੂੰ। ਸ਼ਰਨ ਜੀ, ਜਿਸ ਇਲਾਕੇ 'ਚ ਘਟਨਾ ਵਾਪਰੀ ਹੈ ਨਾ ਜੀ, ਇਹ ਉਹ ਇਲਾਕਾ ਆ ਜਿਹੜਾ ਪੰਜਾਬੀਆਂ ਨੇ ਕਿਸੇ ਵੇਲੇ ਆਪਣੀ ਹਿੱਕ ਦੇ ਜ਼ੋਰ ਨਾਲ ਨਾ ਜੀ ਬੰਜਰ ਤੋਂ ਆਬਾਦ ਕੀਤਾ ਸੀਗਾ ਜੀ। ਆਪਾਂ ਇਹ ਕਹਿ ਸਕਦੇ ਹਾਂ ਕਿ ਇੱਥੇ ਜੰਗਲ 'ਚ ਮੰਗਲ ਲਾਉਣ ਲਈ ਨਾ ਜੀ ਜਿਹੜੇ ਬੱਚੇ ਅੱਜ ਕੱਲ ਸ਼ਹੀਦ ਹੋਏ ਆ, ਉਹਨਾਂ ਦੇ ਦਾਦਿਆਂ ਨੇ ਮਤਲਬ ਦਰਖਤਾਂ ਨਾਲ ਮੰਜੇ ਬੰਨ ਕੇ ਉੱਪਰ ਰਾਤਾਂ ਗੁਜ਼ਾਰ ਕੇ ਇਸ ਜ਼ਮੀਨ ਨੂੰ ਜਿਹੜਾ ਆਬਾਦ ਕੀਤਾ ਤੇ ਉਸੇ ਜ਼ਮੀਨ ਤੇ ਜਿਹੜਾ ਉਹਨਾਂ ਦੇ ਪੁੱਤ ਪੋਤਿਆਂ ਦਾ ਖੂਨ ਆ ਉਹ ਡੁੱਲਿਆ ਜੀ। ਦੇਖੋ, ਤੁਸੀਂ ਜਿਹੜੀ ਗੱਲ ਆਪਾਂ ਸ਼ੁਰੂ 'ਚ ਕਰ ਲਈਏ ਕਿ ਜਿਹੜਾ ਬਚਾਉਣਾ ਆ ਉਹ ਮੰਤਰੀ ਦੇ ਬੇਟੇ ਨੂੰ, ਇਹ ਤਾਂ ਬੀਜੇਪੀ ਦਾ ਇੱਕ ਲੱਗਦਾ ਹੀ ਸੀ ਕਿ ਇਸ ਤਰ੍ਹਾਂ ਹੋਣੀ ਆ, ਕਿਉਂਕਿ ਇਹਦੀ ਜਿਹੜੀ ਸ਼ੁਰੂਆਤ ਹੈ ਨਾ ਜੀ, ਇਹ ਉਦੋਂ ਹੋ ਗਈ ਸੀ ਜਦੋਂ ਕਿਸਾਨਾਂ ਦੇ ਖਿਲਾਫ ਜਿਹੜੀ ਆ ਕਾਊਂਟਰ ਐਫਆਈਆਰ ਦਰਜ ਕਰਤੀ ਗਈ। ਦੇਖੋ, ਵੈਸੇ ਤਾਂ ਇਹ ਹੁੰਦਾ ਹੀ ਆ ਜੀ, ਤੁਸੀਂ ਆਮ ਲੜਾਈ ਦੇਖ ਲਓ, ਜਿਹੜੇ ਚਤਰ ਲੋਕ ਜਿਹਾ ਹੁੰਦੇ ਆ ਜੋ ਕਰਦੇ ਹੁੰਦੇ ਆ ਕਿ ਆਪ ਤੁਸੀਂ ਮਾਰਕੁੱਟ ਕਰਕੇ ਫਿਰ ਇੱਕ ਕਾਊਂਟਰ ਐਫਆਈਆਰ ਕਰ ਦਿੰਦੇ ਆ ਤਾਂ ਕਿ ਜਿਹੜਾ ਬੰਦਾ ਆ ਉਹ ਉਲਝ ਜਾਵੇ। ਸੋ ਕਿਸਾਨਾਂ ਨੇ ਉਹਨੂੰ ਉਲਝਾ ਲਿਆ ਜੀ ਉੱਥੇ। ਦੂਜੀ ਗੱਲ, ਇਹ ਘਟਨਾ ਇਹ ਉੱਥੇ ਵਾਪਰੀ ਆ ਜੀ ਜਿਸ ਇਲਾਕੇ ਤੋਂ
ਅਜੇ ਮਿਸ਼ਰਾ ਹੁਣੀ ਮੈਂਬਰ ਪਾਰਲੀਮੈਂਟ ਚੁਣੇ ਗਏ ਸੀਗੇ ਜੀ। ਤੇ ਬਿਲਕੁਲ ਉਹ ਥਾਂ ਆ ਇਹ ਜਿਹੜਾ ਉਹਨਾਂ ਦਾ ਪਿੰਡ ਆ। ਉਸ ਪਿੰਡ 'ਚ ਘਟਨਾ ਵਾਪਰੀ ਆ ਜਿਹੜਾ ਜੱਦੀ ਪਿੰਡ ਆ ਅਜੇ ਮਿਸ਼ਰਾ ਦਾ। ਜੀ ਜੀ। ਤੇ ਮੈਂ ਇੱਕ ਜਿਹੜੇ ਪਤਾ ਕੀਤਾ ਜੀ ਅੰਕੜੇ ਜਿਹੇ ਹੋਏ ਇਹ ਕਿ ਕਹਿੰਦੇ ਇਹ ਕਿਹਾ ਜਾਂਦਾ ਕਿ ਇਹ ਬ੍ਰਾਹਮਣ ਜਾਤੀ ਨਾਲ ਸੰਬੰਧਿਤ ਨੇ। ਜੀ ਜੀ। ਤੇ ਯੂਪੀ ਵਿੱਚ 17% ਦੀ ਜਿਹੜੀ ਵੋਟ ਹੈ ਨਾ ਉਹ ਬ੍ਰਾਹਮਣਾਂ ਦੀ ਆ। ਠੀਕ ਹੈ। ਤੇ ਜਿਹੜੀ ਸਰਕਾਰ ਆ ਉਹ ਇਸ ਕਰਕੇ ਕਿ ਮੋਰੇ ਇਲੈਕਸ਼ਨ ਆ ਰਹੀਆਂ ਤੇ 17% ਦੀ ਵੋਟ ਜਿਹੜੀ ਆ ਉਹ ਕਿਸੇ ਤਰ੍ਹਾਂ ਵੀ ਗਾਉਣੀ ਨਹੀਂ ਚਾਹੁੰਦੀ, ਜਾਂ ਆਪਾਂ ਕਹਿ ਲਈਏ ਕਿ ਉਹ ਇਹਨੂੰ ਬਨਵਾਰੀ ਜਿਹੜਾ ਹੈਗਾ ਤੁਹਾਡਾ ਅਜੇ ਮਿਸ਼ਰਾ ਜੀ ਉਹਨੂੰ ਮੰਤਰੀ ਮੰਡਲ ਵਿੱਚ ਲੈ ਕੇ ਵੀ ਇਸੇ ਸੋਚਣਾ ਲਿਆ ਗਿਆ ਸੀ ਕਿ ਮੋਰੇ ਇਲੈਕਸ਼ਨ ਆ ਰਹੀਆਂ ਤੇ ਜਿਹੜੀ 17% ਦੀ ਵੋਟ ਹੈ ਬਚਾ ਲਈ ਜਾਵੇ ਜੀ। ਅਦਰਵਾਈਜ਼ ਮੈਂ ਤੁਹਾਡੇ ਧਿਆਨ ਚ ਲਿਆਉਣਾ ਹੈ ਕਿ ਜਿਹੜੇ ਅਜੇ ਮਿਸ਼ਰਾ ਆ ਇਹ ਗ੍ਰਹਿ ਰਾਜ ਮੰਤਰੀ ਆ ਜੀ, ਪਰ ਇਹਨਾਂ ਦੇ ਖਿਲਾਫ 17 ਕੇਸ ਜਿਹੜੇ ਆ ਕ੍ਰਿਮੀਨਲ ਉਹ ਕੇਸ ਚੱਲਦੇ ਆ ਜੀ। 17 ਕੇਸ ਤੇ ਜਦੋਂ ਇਹਨਾਂ ਦੀ ਮੰਤਰੀ ਮੰਡਲ ਲਿਆ ਗਿਆ ਸੀ ਨਾ ਜੀ ਉਸ ਵੇਲੇ ਕਿਹਾ ਵੀ ਇਹ ਗਿਆ ਸੀਗਾ ਕਿ ਇਹਨਾਂ ਨੂੰ ਜਿਹੜਾ ਮੰਤਰੀ ਮੰਡਲ 'ਚ ਲੈਣਾ ਔਰ ਗ੍ਰਹਿ ਵਿਭਾਗ ਦੇਣਾ ਉਹ ਇਸੇ ਕਰਕੇ ਕੀਤਾ ਗਿਆ ਕਿ ਇਹਨਾਂ ਵਿਰੁੱਧ ਜਿਹੜੇ ਖਾਸ ਜਿਹੜੇ ਕੇਸ ਆ 17 ਆ ਉਹ ਖਤਮ ਕਰਤੇ ਜਾਣ। ਦੇਖੋ ਜਿਹੜੇ ਅਮਿਤ ਸ਼ਾਹ ਤੇ ਬਨਵਾਲ ਸਾਹਿਬ ਮੁੰਡੇ ਦੇ ਖਿਲਾਫ ਵੀ ਹੋਣਗੇ ਫਿਰ ਤਾਂ 17 ਪਿਓ ਦੇ ਖਿਲਾਫ ਨੇ। ਬਿਲਕੁਲ ਜੀ, ਪਿਓ ਦੇ ਖਿਲਾਫ 17 ਆ। ਤੁਸੀਂ ਇਹ ਦੇਖੋ ਮੈਂ ਹੁਣ ਜਿਹੜੀ ਕੱਲ ਵਾਲੀ ਆਪਾਂ ਘਟਨਾ ਆਪਾਂ ਗੱਲ ਕਰਦੇ ਆ ਜਦੋਂ ਜਿੱਥੇ ਡਿਪਟੀ ਮੁੱਖ ਮੰਤਰੀ ਨੇ ਆਉਣਾ ਸੀਗਾ ਅਜੇ ਮਿਸ਼ਰਾ ਦੇ ਪਿੰਡ ਵਿੱਚ ਉਹ ਹੈਲੀਪੋਰਟ ਕਿਸਾਨਾਂ ਨੇ ਘੇਰਨਾ ਸੀ ਜੀ। ਘੇਰਿਆ ਸੀ ਜਾਂ ਘੇਰਨਾ ਕਹਿ ਲਈਏ, ਬਿਲਕੁਲ ਘੇਰਨਾ ਸ਼ਾਂਤੀਪੂਰਵਕ ਉਹ ਕਰ ਰਹੇ ਸੀ ਵਿਰੋਧ। ਤੇ ਇਹ ਪਤਾ ਲੱਗ ਗਿਆ ਸੀ ਕਿਉਂਕਿ ਹੈਲੀਪੈਡ ਘੇਰ ਲਿਆ ਤੇ ਉਹਨਾਂ ਨੇ ਜਿਹੜਾ ਆ ਨਹੀਂ ਆਉਣਾ ਹੈਗਾ। ਫਿਰ ਅਜੇ ਮਿਸ਼ਰਾ ਦਾ ਬੇਟਾ ਜਿਹੜਾ ਆਸ਼ੀਸ਼ ਮਿਸ਼ਰਾ ਆ ਉੱਥੇ ਕੀ ਕਰਨ ਗਿਆ ਸੀਗਾ। ਬਿਲਕੁਲ ਆਪਾਂ ਇਹਨੂੰ ਜੋੜਾਂਗੇ ਅਜੇ ਮਿਸ਼ਰਾ ਦੇ 26 ਸਤੰਬਰ ਦੇ ਉਸ ਬਿਆਨ ਨਾਲ ਜਿੱਥੇ ਉਹਨੇ ਕਿਸਾਨਾਂ ਨੂੰ ਕਿਹਾ ਸੀ ਕਿ ਤੁਸੀਂ ਸਿੱਧਰ ਨਾ ਸਿੱਧਰ ਜਾਓ ਨਹੀਂ ਫਿਰ ਤੁਸੀਂ ਆ ਕੇ ਮੁਕਾਬਲੇ 'ਚ ਖੜ ਜਾਓ। ਜੀ ਜੀ, ਇਹ ਤੁਹਾਨੂੰ ਉਸ ਬਿਆਨ ਨਾਲ ਧਮਕੀ ਦਿੱਤੀ ਸੀ ਜੀ। ਇਹ ਆਪਾਂ ਨੂੰ ਉਸ ਬਿਆਨ ਨਾਲ ਇਹ ਜਿਹੜਾ ਆ ਇਹਦਾ ਕੋਰਿਲੇਟ ਕਰਨਾ ਪਊਗਾ ਕਿ ਜੋ ਕਿਸਾਨ ਵਿਰੋਧ ਹੀ ਉਸੇ ਕਰਕੇ ਕਰ ਰਹੇ ਸੀ ਜੀ ਬਿਆਨ ਕਰਕੇ। ਜੀ ਜੀ। ਦੇਖੋ ਦੂਜੀ ਗੱਲ ਜਿਹੜੀ ਮੈਨੂੰ ਇਹ ਲੱਗਦਾ ਕਿ ਆਪਾਂ ਜਿਹੜਾ ਇਹ ਘਟਨਾ ਹੈ ਨਾ ਜੀ ਮੈਂ ਇਹਨੂੰ ਜੋੜਾਂਗਾ ਜੋ ਕੁਝ ਪਹਿਲਾਂ ਮੁਸਲਿਮ ਯੂਨੀਵਰਸਿਟੀ ਵਿੱਚ ਹੋਇਆ ਜਾਂ ਸ਼ਹੀਨ ਬਾਗ ਵਿੱਚ ਹੋਇਆ ਜੀ। ਕਿਉਂਕਿ ਜਿਹੜੀ ਭਾਜਪਾ ਦੀ ਕੇਂਦਰ ਸਰਕਾਰ ਆ ਉਹਦੀ ਇਹ ਪਾਲਿਸੀ ਆ ਕਿ ਜਿਹੜੀ ਦਮਨ ਦੀ ਨੀਤੀ ਆ ਉਹ ਅਪਣਾਈ ਜਾਵੇ, ਕਿਸਾਨਾਂ ਨੂੰ ਜਿਹੜਾ ਆ ਉਹ ਦ੍ਰਿੜਤਾ ਜਾਵੇ ਤੇ ਜਿਹੜੇ ਕਿਸਾਨ ਆ ਉਹਨਾਂ ਨੂੰ ਉਲਝਾ ਲਿਆ ਜਾਵੇ। ਸੋ ਇਸ ਜਿਹੜੀ ਇਹਨਾਂ ਦੀ ਪਾਲਿਸੀ ਚੱਲੀ ਆਉਂਦੀ ਆ ਕਿ ਚਾਹੇ ਉਹ ਯੂਨੀਵਰਸਿਟੀ ਵਾਲੀ ਚਾਹੇ ਸ਼ਹੀਨ ਬਾਗ ਵਾਲੀ ਉਹਦੇ ਉਸੇ ਪਾਲਿਸੀ ਤਹਿਤ ਜਿਹੜਾ ਆ ਅਜਿਹਾ ਜਿਹੜਾ ਆ ਇਹ ਘਟਨਾ ਵਾਪਰੀ ਆ ਜੀ। ਅਦਰਵਾਈਜ਼ ਦੇਖੋ ਜਿਹੜਾ ਜੇ ਕਿਸਾਨ ਜਿਹੜੇ ਆ ਉਹ ਸੰਘਰਸ਼ ਕਰ ਰਹੇ ਆ ਐ ਤਾਂ ਹੈ ਨਹੀਂ ਕਿ ਕਿਸਾਨਾਂ ਨੇ ਉਹਦੇ ਬੇਟੇ ਨੂੰ ਘੇਰ ਲਿਆ ਜਾਂ ਕੋਈ ਕੁਝ ਕਰਤਾ ਕੁੱਟਮਾਰ ਕਰਤੀ, ਕੁਝ ਵੀ ਨਹੀਂ ਕੀਤਾ ਸੀਗਾ। ਜੋ ਜਿਹੜੇ ਗਵਾਹ ਆ ਉਹ ਇਹ ਦੱਸਦੇ ਆ ਕਿ ਜਿਸ ਗੱਡੀ 'ਚ ਉਹਦਾ ਬੇਟਾ ਵਾਪਸ ਆ ਰਿਹਾ ਸੀਗਾ ਉਸ ਗੱਡੀ ਵਿੱਚ ਅਜੇ ਮਿਸ਼ਰਾ ਦਾ ਭਰਾ ਵੀ ਬੈਠਾ ਸੀ ਜੀ। ਅੱਛਾ, ਪਰ ਉਹ ਤਾਂ ਮੰਤਰੀ ਜੀ ਤਾਂ ਸਾਫ਼-ਸਾਫ਼ ਕਹਿ ਰਹੇ ਨੇ ਮੀਡੀਆ ਨੂੰ ਕਿ ਮੇਰਾ ਪੁੱਤ ਤਾਂ ਮੇਰੇ ਨਾਲ ਸੀ, ਅਸੀਂ ਕਿਸੇ ਸਮਾਗਮ ਸੀ, ਸਾਡੇ ਟੂਰਨਾਮੈਂਟ ਸੀ, ਮਤਲਬ ਇੰਨਾ ਝੂਠ ਬੋਲ ਰਹੇ ਨੇ। ਸ਼ਾਇਦ ਤੁਸੀਂ ਉਹਨਾਂ ਦਾ ਜਿਹੜਾ ਮੰਤਰੀ ਦਾ ਬਦਲਿਆ ਬਿਆਨ ਹੈ ਨਾ ਉਹ ਤੁਹਾਡੇ ਧਿਆਨ 'ਚ ਨਹੀਂ ਆਇਆ। ਜੋ ਮੰਤਰੀ ਨੇ ਲੇਟੈਸਟ ਬਿਆਨ ਦਿੱਤਾ ਉਹਨੇ ਇਹ ਕਿਹਾ ਕਿ ਮੇਰਾ ਪੁੱਤਰ ਘਟਨਾ ਵਾਲੀ ਥਾਂ ਮੌਜੂਦ ਨਹੀਂ ਸੀਗਾ, ਜਿਹੜਾ ਬਿਲਕੁਲ ਉਹਦੇ ਨਾਲ ਫੰਕਸ਼ਨ ਰੱਖਿਆ ਗਿਆ ਸੀਗਾ ਡਿਪਟੀ ਸੀਐਮ ਲਈ ਉੱਥੇ ਮੌਜੂਦ ਸੀ। ਹਾਂਜੀ, ਉਹੀ ਮੈਂ ਕਹਿ ਰਹੀ ਹਾਂ ਕਿ ਉੱਥੇ ਪ੍ਰੋਗਰਾਮ ਸੀ ਜਿਹੜਾ ਉਹਦੇ ਵਿੱਚੋਂ ਮੌਜੂਦ ਸੀ। ਹਾਂ, ਉੱਥੇ ਮੌਜੂਦ ਸੀ ਪਰ ਘਟਨਾ ਸਥਾਨ ਤੇ ਨਹੀਂ। ਜਦੋਂ ਆਪਾਂ ਜਿਹੜੀ ਹੁਣ ਤੁਸੀਂ ਵੀਡੀਓ ਦੇਖੀ ਹੈ ਜਾਂ ਗੱਡੀ ਦਾ ਨੰਬਰ ਸਾਰਾ ਕੁਝ ਤੁਹਾਡੇ ਕੋਲ ਵੀ ਆ ਗਿਆ, ਉਹਦੇ ਵਿੱਚ ਸਾਫ਼ ਦਿਸ ਰਿਹਾ ਕਿ ਜਿਹੜਾ ਆਸ਼ੀਸ਼ ਮਿਸ਼ਰਾ ਆ ਉਹ ਗੱਡੀ ਚਲਾ ਰਿਹਾ ਸੀਗਾ ਤੇ ਮੰਤਰੀ ਦੇ ਨਾਂ ਤੇ ਗੱਡੀ ਆ। ਬਿਲਕੁਲ, ਗੱਡੀ ਦਾ ਨੰਬਰ ਹੈ ਜਿਹੜਾ ਉਹ ਜ਼ਾਹਿਰ ਤੌਰ ਤੇ ਉਹ ਤਾਂ ਹੁਣ ਪੇਪਰ ਵੀ ਆ ਗਏ ਨੇ ਕਿ ਇਹ ਜਿਹੜੀ ਗੱਡੀ ਹੈਗੀ ਹੈ ਉਹ ਮੰਤਰੀ ਦੇ ਨਾਮ ਤੇ ਬਕਾਇਦਾ ਲਈ ਗਈ ਹੈ, ਉਹਦੀ ਰਜਿਸਟ੍ਰੇਸ਼ਨ ਦੀ ਕਾਪੀ ਸਾਹਮਣੇ ਆ ਗਈ ਹੈ। ਸੋ ਹਰਸ਼ਰਨ ਜੀ ਆਪਾਂ ਇਹਨੂੰ ਮਤਲਬ ਇਹ ਕਹੀਏ ਕਿ ਦੂਜਾ ਕਿ ਇਹ ਅਚਨਚੇਤ ਘਟਨਾ ਵਾਪਰੀ ਆ, ਆਪਾਂ ਨੂੰ ਇਹ ਗੱਲ ਅੱਖਾਂ ਮੀਚ ਕੇ ਨਹੀਂ ਮੰਨਣੀ ਚਾਹੀਦੀ। ਇਹ ਇੱਕ ਸਾਜ਼ਿਸ਼ ਸੀ, ਅਰੇ ਬੜੀ ਸਾਜ਼ਿਸ਼ ਦੇ ਤਹਿਤ ਜਿਹੜੀ ਘਟਨਾ ਵਾਪਰੀ ਗਈ ਆ, ਨਾ ਕਿ ਇਹ ਅਚਨਚੇਤ ਘਟਨਾ ਵਾਪਰੀ ਆ ਕਿ ਕਿਸਾਨਾਂ ਨੇ ਉਸੇ ਵਿਰੋਧ ਕਰਤਾ ਹੈਲੀਪੈਡ ਤੇ ਦੇਖੋ ਤੁਸੀਂ ਫਿਰ ਹੋਰ ਆਪਾਂ ਇੱਕ ਕਹਿ ਲਈਏ ਜੀ ਜੇ ਕਿਸਾਨ ਉੱਥੇ ਜਿੱਥੇ ਹੈਲੀਪੈਡ ਦਾ ਵਿਰੋਧ ਕਰ ਰਹੇ ਸੀਗੇ ਉੱਥੇ ਪੁਲਿਸ ਤਾਇਨਾਤ ਕਿਉਂ ਨਹੀਂ ਸੀਗੀ, ਪੁਲਿਸ ਵਿੱਚ ਕਿਉਂ ਨਹੀਂ ਪਈ ਕਿ ਜਿਹੜੀ ਐਡੀ ਵੱਡੀ ਘਟਨਾ ਵਿਚਾਰੀ ਜਾਵੇ। ਤੁਸੀਂ ਜਿਵੇਂ ਆ ਕਹਿੰਦੇ ਆ ਵੀ 4 ਗੱਡੀਆਂ ਨੂੰ ਅੱਗ ਵੀ ਲੱਗ ਗਈ, 4 ਦੂਜੇ ਬੰਦੇ ਹੀ ਮਰ ਗਏ। ਜਿਹੜੀ ਸਰਕਾਰ ਹੈ ਉਹਦਾ ਪੱਖ ਤਾਂ ਇਹ ਆ ਕਿ ਜਿਹੜੇ 4 ਬੀਜੇਪੀ ਵਰਕਰ ਆ
ਉਹਨਾਂ ਨੂੰ ਕਿਸਾਨਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਜੀ ਜੀ ਪਰ ਤੁਸੀਂ ਇਹ ਦੇਖੋ ਵੀ ਜੇ ਤੁਸੀਂ ਕਿਤੇ ਵੀ ਦੇਖ ਲਓ ਉੱਥੇ ਤਾਂ ਪੁਲਿਸ ਦਾ ਬੰਦੋਬਸਤ ਹੋਇਆ ਕਰਦਾ, ਫਿਰ ਇਸ ਥਾਂ ਤੇ ਬੰਦੋਬਸਤ ਜਿਹੜਾ ਪੁਲਿਸ ਦਾ ਉਹ ਕਿਉਂ ਨਹੀਂ ਸੀ ਕੀਤਾ ਗਿਆ? ਇਹ ਜਿਹੜੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਆ ਨਾ ਜੀ ਉਹ ਉੱਠਦੇ ਆ ਜੀ। ਬਿਲਕੁਲ। ਤੇ ਬਨਵੈਦ ਸਾਹਿਬ, ਜਿਹੜਾ ਤੁਸੀਂ ਪਹਿਲਾਂ ਦੱਸਿਆ ਸੀ ਕਿ 17 ਕ੍ਰਿਮੀਨਲ ਕੇਸ ਦਰਜ ਨੇ ਮੰਤਰੀ ਦੇ ਖਿਲਾਫ, ਇਹ ਕੇਸ ਕਦੋਂ ਉਹਨਾਂ ਦੇ ਖਿਲਾਫ ਦਰਜ ਹੋਏ ਨੇ? ਜਦੋਂ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਤੋਂ ਹੀ ਹੋਏ ਨੇ ਜਾਂ ਫਿਰ ਇਹ ਸਿਆਸਤ ਦੇ ਵਿੱਚ ਸੀਗੇ ਜਦੋਂ ਉਦੋਂ ਹੋਏ ਨੇ? ਤੇ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ? ਦੇਖੋ ਸ਼ਰਨ ਜੀ, ਮੈਂ ਇੱਕ ਨਾ ਜਿਹੜੀ ਰਿਪੋਰਟ ਲੱਭੀ ਆ, ਉਸ ਰਿਪੋਰਟ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਮੋਦੀ ਦਾ ਮੰਤਰੀ ਮੰਡਲ ਆ, ਇਹ ਹੁਣ ਤੱਕ ਦਾ ਸਭ ਤੋਂ ਵੱਧ ਜਿਹੜੇ ਪੜ੍ਹੇ ਲਿਖੇ ਪਰ ਨਾਲ ਜਿਹੜੇ ਕ੍ਰਿਮੀਨਲ ਬਿਰਤੀ ਦੇ ਲੋਕ ਆ ਜੀ, ਉਹਨਾਂ ਦਾ ਮੰਤਰੀ ਮੰਡਲ ਆ ਇਹ। ਬਿਲਕੁਲ ਬਿਲਕੁਲ, ਅੰਕੜੇ ਸਾਹਮਣੇ ਆ ਚੁੱਕੇ ਆ ਜੀ। ਅਗਲੀ ਗੱਲ ਇਹ ਕਿ ਜਿਹੜਾ ਮੋਦੀ ਦੇ ਮੰਤਰੀ ਮੰਡਲ ਦਾ ਆਹ ਰੱਦੋ ਬਦਲ ਕਰਨ ਤੋਂ ਪਹਿਲਾਂ ਤੇ ਹੁਣ ਦੇ ਜਿਹੜੇ ਮੰਤਰੀ ਆ, ਉਹਨਾਂ ਵਿੱਚ ਵੀ ਜਿਹੜੀ ਆ ਕ੍ਰਿਮੀਨਲ ਦੀ ਗਿਣਤੀ ਆ ਉਹ ਵਧੀ ਆ ਜੀ। ਰਿਪੋਰਟ ਇਹ ਕਹਿੰਦੀ ਆ ਕਿ ਮੋਦੀ ਦੇ ਮੰਤਰੀ ਮੰਡਲ 'ਚ 78 ਮੰਤਰੀ ਨੇ, ਉਹਨਾਂ ਵਿੱਚੋਂ 33 ਦੇ ਖਿਲਾਫ ਜਿਹੜਾ ਆ ਉਹ ਕ੍ਰਿਮੀਨਲ ਕੇਸ ਦਰਜ ਆ ਜੀ, ਔਰ 17 ਖਿਲਾਫ ਜਿਹੜੇ ਆ ਬਹੁਤ ਗੰਭੀਰ ਦੋਸ਼ ਆ। ਆਪਾਂ ਗੱਲ ਕੀਤੀ ਸੀਗੀ ਅਜੇ ਮਿਸ਼ਰਾ ਦਾ ਕਿ ਉਹ ਕੇਂਦਰੀ ਗ੍ਰਹਿ ਰਾਜ ਮੰਤਰੀ ਆ ਜੀ ਜੀ, ਪਰ ਜੇ ਆਪਾਂ ਕਰ ਲਈਏ ਅਮਿਤ ਸ਼ਾਹ ਦੀ ਜਿਹੜੇ ਹੋਮ ਮਿਨਿਸਟਰ ਆ, ਤਾਂ ਉਹਨਾਂ ਦੇ ਖਿਲਾਫ ਵੀ ਕੇਸ ਦਰਜ ਆ ਜੀ। ਫਿਰ ਇੱਕ ਅਗਲੀ ਗੱਲ ਹੈ ਜਿਹੜੀ ਬਹੁਤ ਵੱਡੀ ਗੱਲ ਇਹ ਆ ਜੀ ਕਿ ਜਿਹੜੇ ਮੰਤਰੀ ਇਹਨਾਂ ਕੇਸਾਂ ਵਿੱਚ ਕ੍ਰਿਮੀਨਲ ਕੇਸਾਂ ਵਿੱਚ ਫਸੇ ਹੋਏ ਆ, ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਵਿਰੁੱਧ ਕਤਲ ਦਾ ਪਰਚਾ ਦਰਜ ਆ ਜੀ, ਕਤਲ ਦੀ ਸਾਜ਼ਿਸ਼ ਰਚਣ ਦਾ ਪਰਚਾ ਦਰਜ ਆ, ਡਕੈਤੀ ਦਾ ਆ, ਬਿਲਕੁਲ, ਦੰਗੇ ਫੈਲਾਉਣ ਦਾ ਆ, ਅੱਤਵਾਦ ਦਾ ਆ ਜੀ। ਮੈਂ ਹੈਰਾਨ ਇਸ ਗੱਲ ਦਾ ਹੁੰਦਾ ਵੀ ਤੁਸੀਂ ਕਿਸਾਨਾਂ ਨੂੰ ਕਹਿੰਦੇ ਹੋ ਕਿ ਇਹ ਅੱਤਵਾਦੀ ਆ, ਇਹ ਵੱਖਵਾਦੀ ਆ, ਇਹ ਸਾਨੂੰ ਘੱਟੋ ਘੱਟ ਸ਼ੁਰੂਆਤ 'ਚ ਸਾਨੂੰ ਪੰਜਾਬੀ ਸਿੱਖਾਂ ਨੂੰ ਵੀ ਕਿਹਾ ਗਿਆ ਕਿ ਇਹ ਤਾਂ ਜਿਹੜੇ ਅੱਤਵਾਦੀ ਆ। ਪਰ ਹੈਰਾਨੀ ਦੀ ਗੱਲ ਇਹ ਆ ਕਿ ਜਿਹੜੀ ਸਰਕਾਰ ਸਾਡੇ ਉੱਤੇ ਇਹ ਜਾਂ ਕਿਸਾਨਾਂ ਉੱਤੇ ਇਲਜ਼ਾਮ ਲਾ ਰਹੀ ਆ, ਉਸੇ ਖਿਲਾਫ ਜਿਹੜੀ ਸਰਕਾਰ ਦੇ ਮੰਤਰੀ ਆ ਉਹਨਾਂ ਦੇ ਖਿਲਾਫ ਸਾਰੇ ਤਰ੍ਹਾਂ ਦੇ ਕੇਸ ਦਰਜ ਆ। ਮਤਲਬ ਡਕੈਤੀ ਦੇ ਹੈਰਾਨੀ ਦੀ ਗੱਲ ਇਹ ਆ, ਡਕੈਤੀ, ਰੇਪ ਔਰ ਦੰਗੇ ਫੈਲਾਉਣ ਔਰ ਹਿੰਸਾ ਭੜਕਾਉਣ, ਫਿਰ ਕਤਲ ਦੇ ਜੀ ਕਤਲ, ਫਿਰ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਜਿਹੜੇ ਸਾਰੇ ਦੇ ਸਾਰੇ ਦਰਜ ਆ। ਸੋ ਇਸ ਹਾਲਤ ਵਿੱਚ ਮਤਲਬ ਜਿਹੜੇ ਇਲਜ਼ਾਮ ਸਾਡੇ ਉੱਤੇ ਲਾਏ ਜਾਂਦੇ ਆ ਕਿਸਾਨਾਂ ਉੱਤੇ, ਉਹ ਤਾਂ ਇਲਜ਼ਾਮ ਆ, ਪਰ ਇਹਨਾਂ ਵਿਰੁੱਧ ਤਾਂ ਇਹ ਆ ਕਿ ਜਿਹੜੇ ਇਹਨਾਂ ਵਿਰੁੱਧ ਪਰਚੇ ਦਰਜ ਕੀਤੇ ਗਏ ਨੇ ਔਰ ਇਹ ਬੜੀ ਸ਼ਾਨ ਆਪਣੀ ਸਮਝਦੇ ਨੇ। ਇਸ ਤੋਂ ਵੀ ਵੱਡੀ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਨੂੰ ਹੁੰਦਾ ਕੱਖ ਨਹੀਂ ਹੈਗਾ। ਜੇ ਹੁਣ ਆਪਾਂ ਦੇਖ ਲਈਏ ਬਨਵੈਦ ਸਾਹਿਬ, ਮਨੋਹਰ ਲਾਲ ਖੱਟਰ ਨੇ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ, ਉਹਨਾਂ ਨੇ ਕੱਲ ਬਿਆਨ ਦਿੱਤਾ ਹੈ ਕਿ ਕਿਸਾਨਾਂ ਨੂੰ ਭੰਨਣ ਦੇ ਲਈ ਤੁਸੀਂ ਲਾਠੀਆਂ ਜਿਹੜੀਆਂ ਨੇ ਉਹ ਖਰੀਦ ਲਓ, ਥਾਣੇ ਵਿੱਚ ਜਾਓਗੇ, ਮੰਤਰੀ ਬਣ ਜਾਓਗੇ, 3-4 ਮਹੀਨੇ ਬਾਅਦ ਨਿਕਲ ਆਓਗੇ ਤੇ ਮੈਂ ਤੁਹਾਨੂੰ ਕੁਝ ਨਹੀਂ ਹੋਣ ਦਿੰਦਾ। ਸੋ ਜੇ ਮੈਨੂੰ ਲੱਗਦਾ ਕਿਸੇ ਆਮ ਆਦਮੀ ਨੇ ਦਿੱਤਾ ਹੁੰਦਾ ਇਹੋ ਜਿਹਾ ਬਿਆਨ ਤਾਂ ਉਹਦੇ ਖਿਲਾਫ ਦੇਸ਼ ਧਰੋਹ ਹੁਣ ਤੱਕ ਲੱਗੇ ਹੋਣੀ ਸੀ ਧਾਰਾ। ਦੇਖੋ ਮੈਂ ਵੀ ਇੱਥੇ ਆਉਣਾ ਚਾਹੁੰਦਾ ਸੀਗਾ, ਮਤਲਬ ਜਿਹੜਾ ਖੱਟਰ ਆ ਉਹਦਾ ਇਹ ਬਿਆਨ ਦੇਣਾ ਕਿ ਹਰ ਜ਼ਿਲ੍ਹੇ ਵਿੱਚ 10-10 ਲੱਠ ਮਾਰ ਜਿਹੜੇ ਆ ਉਹ ਗਠਿਤ ਕੀਤੇ ਜਾਣ, ਇਹਦੇ ਨਾਲੋਂ ਮਤਲਬ ਵੱਧ ਜਿਹੜਾ ਅੱਤਵਾਦੀ ਬਿਆਨ ਹੈ, ਆਪਾਂ ਕਹਿ ਦਈਏ ਜੇ ਭੜਕਾਉਣ ਵਾਲਾ ਬਿਆਨ ਜਿਹੜਾ ਆ ਜੋ ਤੁਸੀਂ ਦੇਸ਼ ਧਰੋਹੀ ਕਿਹਾ, ਕਿਹੜਾ ਹੋ ਸਕਦਾ? ਪਰ ਹੈਰਾਨੀ ਦੀ ਗੱਲ ਆ ਕਿ ਉਹਦੇ ਬਿਆਨ ਨੂੰ ਕਿਸੇ ਨੇ ਵੀ ਮਤਲਬ ਨਾ ਉਹਨੇ ਮੁੜ ਕੇ ਖੰਡਨ ਕਰਨ ਦੀ ਕੋਸ਼ਿਸ਼ ਕੀਤੀ ਕਿ ਮੇਰਾ ਬਿਆਨ, ਜਨਰਲੀ ਇੱਕ ਟ੍ਰੈਡੀਸ਼ਨ ਹੁੰਦੀ ਆ ਕਿ ਜਦੋਂ ਬਿਆਨ ਦਾ ਵਿਰੋਧ ਹੋਵੇ ਤਾਂ ਜਿਹੜੇ ਹੈਗੇ ਸਿਆਸਤਦਾਨ ਉਹ ਮੁੱਕਰ ਜਾਂਦੇ ਆ, ਪਰ ਉਹ ਕੋਈ ਮੁੱਕਰੇ ਵੀ ਨਹੀਂ। ਔਰ ਤੁਸੀਂ ਦੇਖੋ ਉਦੋਂ ਅੱਗੇ ਜਾਂਦੇ ਆ ਉਹਨਾਂ ਨੇ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਦਾਇਰ ਕਰਤੀ ਕਿ ਜਿਹੜੀ ਇੱਕ ਪਟੀਸ਼ਨ ਪਹਿਲਾਂ ਗੜਗਾਉਂ ਦੀ ਮਹਿਲਾ ਵੱਲੋਂ ਪਾਈ ਗਈ ਹੈ ਕਿ ਰਸਤੇ ਖਾਲੀ ਕਰਾਏ ਜਾਣ, ਉਹਦੇ ਵਿੱਚ ਉਹਨਾਂ ਨੇ ਇੱਕ ਨਵੀਂ ਪਟੀਸ਼ਨ ਪਾਤੀ ਕਿ ਜਿਹੜੇ 32 ਕਿਸਾਨ ਜਥੇਬੰਦੀਆਂ ਦੇ 43 ਨੇਤਾ ਆ ਉਹਨਾਂ ਨੂੰ ਪਾਰਟੀ ਬਣਾਇਆ ਜਾਵੇ ਜੀ। ਸੋ ਇਹ ਕੁੱਲ ਮਿਲਾ ਕੇ ਆਪਾਂ ਕਹਾਂਗੇ ਕਿ ਚਾਹੇ ਰਸਤੇ ਖਾਲੀ ਕਰਾਉਣ ਦੀ ਗੱਲ ਆ, ਚਾਹੇ ਲਖੀਮਪੁਰ 'ਚ ਕੁੱਟਣ ਦੀ ਗੱਲ ਆ, ਚਾਹੇ ਦੇਖੋ ਪਹਿਲਾਂ ਪੁਲਿਸ ਦੇ ਰੂਪ 'ਚ ਜਿਹੜੇ ਭਾਜਪਾਈ ਆ ਉਹ ਕਿਸਾਨ ਮੋਰਚੇ ਤੇ ਹਮਲੇ ਕਰਦੇ ਰਹੇ ਆ, ਚਾਹੇ ਹੋਰ ਬੜਾ ਕੁਝ ਉੱਥੇ ਜਿਹੜਾ ਵਾਪਰਦਾ ਰਿਹਾ, ਇਹ ਸਾਰਾ ਕੁਝ ਜਿਹੜੀ ਚਾਲ ਆ ਉਹ ਹੈ ਤਾਂ ਜਿਹੜੀ ਹੈ ਨਾ ਜੀ ਕਿਸਾਨ ਅੰਦੋਲਨ ਨੂੰ ਫੇਲ ਕਰਨ ਦੀ ਆ। ਪਰ ਤੇ ਹੁਣ ਜੇ ਆਪਾਂ ਤਾਜ਼ਾ ਹਾਲਾਤਾਂ ਤੋਂ ਦੇਖ ਲਈਏ ਬਨਵੈਦ ਸਾਹਿਬ ਕਿ ਹੁਣ ਫੇਲ ਹੋ ਸਕਦਾ, ਕਿਸਾਨਾਂ ਦਾ ਖੂਨ ਡੁੱਲਿਆ, ਉਹਨਾਂ ਦੀ ਰੱਤ ਡੁੱਲੀ ਆ। ਇੱਕ ਤਾਂ ਹੈ ਕਿ ਕਿਸਾਨ ਸੰਘਰਸ਼ ਦੇ ਵਿੱਚ ਸੰਘਰਸ਼ ਕਰਦੇ ਕਰਦੇ ਕੋਈ ਕਿਸੇ ਬਿਮਾਰੀ ਕਰਕੇ, ਕੋਈ ਕਿਸੇ ਐਕਸੀਡੈਂਟ ਕਰਕੇ ਜਿਹੜੇ ਹੈਗੇ ਨੇ ਉਹ ਸ਼ਹੀਦ ਹੋ ਰਹੇ ਨੇ ਮੋਰਚੇ ਦੇ ਵਿੱਚ, ਪਰ ਇਹ ਤਾਂ ਸਰਕਾਰੀ ਤੰਤਰ ਨੇ ਉਹਨਾਂ ਨੂੰ ਕਤਲ ਕੀਤਾ ਹੈਗਾ। ਕੀ ਤੁਹਾਨੂੰ ਲੱਗਦਾ ਕਿ ਮੋਰਚੇ ਦੇ ਵਿੱਚ ਹੁਣ ਨਵੀਂ ਰੂਹ ਹੈ ਜਿਹੜੀ ਉਹ ਭਰ ਜਾਣੀ ਹੈ? ਦੇਖੋ ਜਿਹੜੀ ਕੁਝ ਮਿੰਟ ਪਹਿਲਾਂ ਤੱਕ ਤਾਂ ਇਹੀ ਲੱਗ ਰਿਹਾ ਸੀਗਾ, ਤੁਹਾਡੇ ਧਿਆਨ 'ਚ ਹੋਣਾ ਕਿ ਜਦੋਂ ਕੱਲ੍ਹ ਇਹ ਘਟਨਾ ਵਾਪਰੀ ਆ ਤਾਂ ਕਿਹਾ ਜਾਂਦਾ ਕਿ ਲੋਕ ਜਿਹੜੇ ਆ ਉਹ ਬਹੀਰਾਂ ਘੱਤ ਕੇ ਉਧਰ ਨੂੰ ਤੁਰ ਪਏ ਸੀਗੇ ਤੇ ਇਹ ਕਿਸਾਨ ਮੋਰਚੇ ਦੀ ਅਪੀਲ ਵੀ ਸੀਗੀ ਜੀ। ਤੇ ਇਹ ਤਾਂ ਗੱਲ ਮੰਨਣੀ ਪਊਗੀ ਕਿ ਜਿਹੜਾ ਜੇ ਇੱਕ ਗੈਰ ਕਿਸਾਨ ਆ
ਉਹਦੇ ਮਨ 'ਚ ਇੰਨਾ ਰੋਸ ਭਰਿਆ ਹੋਇਆ, ਇੰਨਾ ਹਿਰਖ ਆਇਆ ਹੋਇਆ, ਤਾਂ ਕੁਦਰਤੀ ਜਿਹੜੇ ਕਿਸਾਨ ਆ ਉਹਨਾਂ ਦੇ ਮਨਾਂ 'ਚ ਤਾਂ ਹੋਰ ਵੀ ਰੋਹ ਹੋਊਗਾ ਜੀ। ਪਰ ਜਿਹੜਾ ਹੁਣ ਇਹ ਸਮਝੌਤਾ ਹੋਇਆ ਇਹਦੇ ਕਰਕੇ ਜਿਹੜਾ ਆ ਟੋਟਲੀ ਤੌਰ ਤੇ ਸੰਘਰਸ਼ ਜਿਹੜਾ ਆ ਜਿੰਨਾ ਤਿੱਖਾ ਹੋਣ ਦੀ ਇਸ ਵੇਲੇ ਬਣੀ ਸੀਗੀ ਹਨਾ, ਉਹ ਜਿਹੜਾ ਆ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹ ਥੋੜਾ ਖੁੰਡਾ ਹੋ ਜਾਊਗਾ। ਪਰ ਜੇ ਆਪਾਂ ਕਹੀਏ ਕਿ ਜਿਹੜਾ ਕਿਸਾਨ ਸੰਘਰਸ਼ ਹੈ ਉਹ ਖਤਮ ਹੋ ਜਾਊਗਾ, ਇਹ ਤਾਂ ਹੋ ਨਹੀਂ ਸਕਦਾ। ਇਹ ਤਾਂ ਨਹੀਂ ਹੋ ਸਕਦਾ ਜੀ ਬਿਲਕੁਲ। ਤੇ ਬਨਵਾਸ ਸਾਹਿਬ, ਇਹ ਜਿਹੜੀ ਉਹੀ ਆਪਾਂ ਸਟਾਰਟਿੰਗ ਦੇ ਵਿੱਚ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਵੀ ਜਿਹੜਾ ਸਮਝੌਤਾ ਹੋਇਆ ਕਿ ਇਹਨੂੰ ਲੰਗੜਾ ਸਮਝੌਤਾ ਕਿਹਾ ਜਾ ਸਕਦਾ ਹੈ, ਕਿਸਾਨ ਇੰਨਾ ਨਰਮੀ ਦੇ ਨਾਲ ਕਿਵੇਂ ਮੰਨ ਗਏ? ਕਿਉਂਕਿ ਮੰਗਾਂ ਤਾਂ ਮੰਨੀਆਂ ਨਹੀਂ ਸਾਰੀਆਂ। ਦੇਖੋ ਹੁਣ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਹਟੇ ਆ ਕਿ ਜੋ ਸਮਝੌਤਾ ਹੋਇਆ, ਚਾਹੇ ਉਹ ਜਿਹੜਾ ਉੱਥੋਂ ਦੇ ਲਾਅ ਐਂਡ ਆਰਡਰ ਦੇ ਐਸਪੀ ਆ ਪ੍ਰਸ਼ਾਂਤ ਕਿਸ਼ੋਰ ਤੇ ਰਾਕੇਸ਼ ਟਕੈਤ ਦੀ ਸਾਂਝੀ ਪ੍ਰੈਸ ਕਾਨਫਰੰਸ ਆ, ਪਰ ਕਿਸਾਨ ਜਿਹੜਾ ਮੋਰਚਾ ਹੈ ਸੰਯੁਕਤ ਕਿਸਾਨ ਮੋਰਚਾ, ਉਹਨੇ ਹਾਲੇ ਤੱਕ ਇਹਦੇ ਪ੍ਰਤੀ ਆਪਣਾ ਜਿਹੜਾ ਕੋਈ ਆਪਣਾ ਬਿਆਨ ਨਹੀਂ ਦਿੱਤਾ, ਬਿਲਕੁਲ ਆਫੀਸ਼ੀਅਲੀ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ। ਹਾਂ ਜੀ। ਤੇ ਦੂਜੀ ਗੱਲ ਆਪਾਂ ਨੂੰ ਇਹ ਵੀ ਨਹੀਂ ਹਾਲੇ ਤੱਕ ਸੂਚਨਾ ਮਿਲੀ ਹੈ ਕਿ ਜਿਹੜੀਆਂ ਉੱਥੇ ਲਾਸ਼ਾਂ ਰੱਖੀਆਂ ਹੋਈਆਂ ਗਈਆਂ ਸੀ ਕਿ ਉਹ ਚੁੱਕ ਲਈਆਂ ਗਈਆਂ ਜਾਂ ਉਹਨਾਂ ਦੇ ਪਰਿਵਾਰ ਜਿਹੜੇ ਉਹ ਮੰਨ ਗਏ ਕਿ ਨਹੀਂ ਮੰਨ ਗਏ। ਹਾਂਜੀ। ਸੋ ਇਹ ਜਿਹੜਾ ਹਲੇ ਜੋ ਖਬਰਾਂ ਆ ਰਹੀਆਂ ਉਹਨੂੰ ਲੈ ਕੇ ਜਿਹੜਾ ਇੱਕ ਆ ਇਹ ਸਵਾਲ ਖੜਾ ਵੀ ਹੋ ਰਿਹਾ। ਔਰ ਦੂਜੀ ਗੱਲ ਇੱਕ ਮੈਂ ਤੁਹਾਨੂੰ ਹੋਰ ਧਿਆਨ 'ਚ ਲਿਆਉਣਾ ਕਿ ਜ਼ਰੂਰੀ ਨਹੀਂ ਕਈ ਵਾਰੀ ਜਦੋਂ ਆਪਾਂ ਜਿਹੜੇ ਦੋ ਧਿਰਾਂ ਸਮਝੌਤਾ ਕਰ ਲੈਂਦੀਆਂ, ਜਿਹੜੇ ਆਮ ਲੋਕ ਆ ਸਮਝੌਤਾ ਕਰ ਲੈਣ। ਬਹੁਤ ਵਾਰੀ ਇਦਾਂ ਹੋਇਆ ਕਰਦਾ ਕਿ ਜਿਹੜੇ ਪਿੰਡ ਦੇ ਮੋਹਤਵਰ ਬੰਦੇ ਆ ਉਹ ਸਮਝੌਤਾ ਕਰ ਲੈਂਦੇ ਆ, ਪਰ ਆਮ ਜਿਹੜੇ ਪਿੰਡ ਵਾਸੀ ਹੁੰਦੇ ਆ ਸਮਝੌਤੇ ਨਾਲ ਨਹੀਂ ਸਹਿਮਤ ਹੁੰਦੇ। ਸੋ ਜੇ ਇਹ ਜਿਹੜੀ ਪੋਸੀਬਿਲਿਟੀ ਆ ਉਹ ਵੀ ਹੋ ਸਕਦੀ ਆ। ਜੀ ਬਿਲਕੁਲ, ਕਿਉਂਕਿ ਇਹ ਜਿਹੜਾ ਸਮਝੌਤਾ ਹੋਇਆ ਉਹਦੇ ਵਿੱਚ ਜ਼ਾਹਿਰ ਤੌਰ ਤੇ ਨਾ ਹੀ ਤਾਂ ਮੰਤਰੀ ਨੂੰ ਬਰਖਾਸਤ ਕੀਤਾ ਗਿਆ ਅਜੇ ਮਿਸ਼ਰਾ ਨੂੰ, ਨਾ ਹੀ ਉਹਦੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਗਿਆ, ਨਾ ਹੀ ਪੁਲਿਸ ਨੇ ਹਲੇ ਦੱਸਿਆ ਵੀ ਧਾਰਾ ਕਿਹੜੀ ਲਾਈ ਗਈ ਹੈ। ਪੁੱਤ ਖਿਲਾਫ ਧਾਰਾ ਕਹਿੰਦੇ ਲਾ ਦਿੱਤੀ ਹੈ, ਕਿਸਾਨਾਂ ਦੇ ਖਿਲਾਫ ਵੀ ਧਾਰਾਵਾਂ ਲਾ ਦਿੱਤੀਆਂ ਨੇ, ਪਰ ਇਹ ਲਾਈਆਂ ਕਿਹੜੀਆਂ ਨੇ, ਸੈਕਸ਼ਨ ਕਿਹੜਾ ਆ, ਹਲੇ ਕੁਝ ਨਹੀਂ ਦੱਸਿਆ ਗਿਆ। ਪੁਲਿਸ ਨੇ ਸਾਫ਼ ਤੌਰ ਤੇ ਪੀਟੀਆਈ ਨੂੰ ਦਿੱਤੇ ਬਿਆਨ ਦੇ ਵਿੱਚ ਕਿਹਾ ਕਿ ਅਸੀਂ ਹਲੇ ਪੂਰੀ ਜਾਣਕਾਰੀ ਨਹੀਂ ਦੇ ਸਕਦੇ। ਤੇ ਇਸ ਦੇ ਨਾਲ ਹੀ ਜਿਹੜਾ ਹੈਗਾ ਸੀ ਪਰਿਵਾਰਾਂ ਨੂੰ, ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀ, ਉਹਦਾ ਵੀ ਕੋਈ ਹੱਲ ਹੈ ਜਿਹੜਾ ਹੁਣ ਨਹੀਂ ਕੱਢਿਆ ਗਿਆ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਬਨਵਾਸ ਸਾਹਿਬ ਚਰਚਾ ਹੋਣੀ ਜ਼ਰੂਰ ਸ਼ੁਰੂ ਹੋ ਗਈ ਹੈ ਕਿ ਇਹ ਸਮਝੌਤਾ ਜਿਹੜਾ ਕਿਹੋ ਜਿਹਾ ਸਮਝੌਤਾ ਕੀਤਾ ਗਿਆ ਹੈਗਾ। ਅਰਸ਼ਮ ਜੀ, ਜਿਹੜਾ ਪੁਲਿਸ ਮੁਖੀ ਦਾ ਬਿਆਨ ਆ ਜੋ ਤੁਸੀਂ ਜ਼ਿਕਰ ਕੀਤਾ, ਉਹਨੇ ਇਹ ਕਿਹਾ ਕਿ ਅਸੀਂ ਪਰਚਾ ਦਰਜ ਕਰ ਲਿਆ ਪਰ ਹਲੇ ਜਾਂਚ ਚੱਲ ਰਹੀ ਆ। ਮੈਨੂੰ ਇਸ ਗੱਲ ਤੇ ਵੀ ਤਾਂ ਹੈਰਾਨੀ ਹੁੰਦੀ ਆ ਨਾ ਕਿ ਜਾਂਚ ਚੱਲ ਰਹੀ ਆ ਤੇ ਅਸੀਂ ਸਮਝੌਤਾ ਕਰ ਵੀ ਲਿਆ ਹਨਾ। ਇਹ ਜਿਹੜਾ ਇਹ ਵੀ ਇੱਕ ਪਰ ਨਾ ਸ਼ਰਨ ਜੀ, ਮੈਂ ਜੇ ਦਿਲ ਦੀ ਗੱਲ ਕਹਿਦਾ ਤਾਂ ਜਦੋਂ ਦੀ ਕੱਲ ਦੀ ਘਟਨਾ ਵਾਪਰੀ ਆ ਮੇਰੇ ਮਨ 'ਚ ਬਾਰ-ਬਾਰ ਜਿਹੜੀ ਇੱਕ ਨਾ ਉਹ ਦਿਮਾਗ ਵਿੱਚ ਕਹਿ ਲਓ ਜਾਂ ਜ਼ੁਬਾਨ ਤੇ ਇੱਕ ਘੁੰਮ ਰਿਹਾ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਮੰਨੂ ਵੱਢਦਾ ਸੀ ਦੂਣ ਸਵਾਏ ਹੋਏ। ਤੇ ਮੈਨੂੰ ਇਹ ਲੱਗਦਾ ਕਿ ਇਹ ਜਿਹੜਾ ਹੈ ਨਾ ਕਈ ਵਾਰੀ ਅਜਿਹਾ ਸਮਾਂ ਆਉਂਦਾ, ਅਜਿਹਾ ਸਮਾਂ ਆਉਣ ਨਾਲ ਤੁਹਾਡਾ ਜਿਹੜਾ ਹੈ ਨਾ ਜ਼ਮੀਰ ਆ ਹੋਰ ਜਾਗ ਪੈਂਦੀ ਆ, ਤੁਸੀਂ ਹੋਰ ਹੌਸਲੇ ਬੁਲੰਦ ਹੋ ਜਾਂਦੇ। ਤੇ ਆਪਾਂ ਨੂੰ ਮੈਨੂੰ ਇਹ ਲੱਗਦਾ ਕਿ ਇਸ ਘਟਨਾ ਤੋਂ ਬਾਅਦ ਚਾਹੇ ਜਿਹੜੇ ਸਾਡੇ 4 ਬੱਚੇ ਸ਼ਹੀਦ ਹੋ ਗਏ, ਪਰ ਮੈਨੂੰ ਲੱਗਦਾ ਕਿ ਸਾਨੂੰ ਢਹਿੰਦੀ ਕਲਾ ਵੱਲ ਵੀ ਜਾਣਾ ਨਹੀਂ ਚਾਹੀਦਾ, ਕਿਉਂਕਿ ਜਿਹੜੀ ਸਾਡੀ ਇਹ ਤੁਸੀਂ ਦੇਖਿਆ ਹੋਣਾ ਅਜਿਹੇ ਜਿਹੜੇ ਜ਼ੁਲਮ ਆ ਨਾ ਜੀ, ਉਹ ਚਾਹੇ ਆਪਾਂ ਕਹਿ ਲਈਏ ਮੁਗਲ ਵੀ ਢਾਉਂਦੇ ਰਹੇ ਆ। ਕਈ ਜਿਹੜੇ ਰੰਧਾਵਾ ਸਾਹਿਬ ਸਾਡੇ ਡਿਪਟੀ ਸੀਐਮ ਆ, ਉਹ ਅੱਜ ਜਦੋਂ ਚਾਲੇ ਪਾਉਣੇ ਸੀ ਉਹਨਾਂ ਨੇ ਯੂਪੀ ਨੂੰ, ਤਾਂ ਉਹਨਾਂ ਨੇ ਇਹਨੂੰ ਜਨਰਲ ਡਾਇਰ ਨਾਲ ਵੀ ਜਿਹੜੀ ਆ ਉਹ ਦਿੱਤੀ ਸੀ ਤੁਲਨਾ। ਸੋ ਇਹ ਸਾਡੇ ਨਾਲ ਇਹ ਕੁਝ ਜਿਹੜਾ ਉਹ ਵਾਪਰਦਾ ਹੀ ਆਇਆ। ਤੇ ਅਸੀਂ ਜਿਹੜੇ ਆ ਇਸ ਸਾਰੇ ਸੰਕਟ ਵਿੱਚੋਂ ਜਿਹੜੇ ਆ ਉਹ ਦੂਣ ਸਵਾਏ ਹੋ ਕੇ ਨਿਕਲੇ ਆ। ਬਿਲਕੁਲ ਇਹ ਗੱਲ ਜਿਹੜੀ ਕਿਸਾਨੀ ਸੰਘਰਸ਼ ਜਦੋਂ ਤੋਂ ਸ਼ੁਰੂ ਹੋਇਆ ਉਦੋਂ ਤੋਂ ਹੀ ਦੇਖਣ ਨੂੰ ਮਿਲਦੀ ਆ ਰਹੀ ਹੈ ਕਿ ਚਾਹੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਹੋਣ ਜਾਂ ਫਿਰ 26 ਜਨਵਰੀ ਦੀ ਘਟਨਾ ਹੋਵੇ, ਉਦੋਂ ਫਿਰ ਇੰਟਰਨੈਟ ਬੰਦ ਕਰਤਾ, ਪਾਣੀ ਤੱਕ ਬੰਦ ਕਰ ਦਿੱਤਾ ਸੀਗਾ। ਤੇ ਜੋ ਦਿੱਲੀ ਜਾਂਦੇ ਸੀ ਉਹ ਤਾਂ ਰੋਕਾਂ ਕਿਹੋ ਜਿਹੀਆਂ ਲਾਈਆਂ ਗਈਆਂ ਸੀ ਜਿਹੜੀਆਂ ਦੁਨੀਆ ਵਿੱਚ ਕਦੇ ਵੀ ਆਪਾਂ ਦੇਖੀਆਂ ਨਹੀਂ ਸੀ, ਉਹੋ ਜਿਹੀਆਂ ਰੋਕਾਂ ਲਾਈਆਂ ਗਈਆਂ, ਪਰ ਫਿਰ ਵੀ ਕਿਸਾਨ ਰੁਕੇ ਨਹੀਂ। ਸੋ ਅੱਜ ਵਾਲੀ ਕੱਲ ਵਾਲੀ ਜਿਹੜੀ ਘਟਨਾ ਹੈਗੀ ਹੈ ਉਸ ਤੋਂ ਬਾਅਦ ਲਗਾਤਾਰ ਨੌਜਵਾਨ ਵੀ ਧੜਾਧੜ ਜਿਹੜੀ ਇੱਕ ਸ਼ਬਦਾਂ ਇੱਕ ਲਾਈਨਾਂ ਹੈਗੀਆਂ ਨੇ ਪਾਸ਼ ਦੀਆਂ, ਉਹ ਬਹੁਤ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਹਰ ਕਿਸੇ ਦਾ ਹਿਰਦਾ ਹੈਗਾ ਜਿਹੜਾ ਉਹ ਦੁਖੀ ਹੋਇਆ ਇਸ ਘਟਨਾ ਦੇ ਨਾਲ। ਉਹ ਸਾਰਿਆਂ ਨੇ ਤਸਵੀਰਾਂ ਦੇਖੀਆਂ ਨੇ, ਵੀਡੀਓਜ਼ ਦੇਖੀਆਂ ਨੇ ਜਦੋਂ ਨਿਰਦੋਸ਼ ਕਿਸਾਨਾਂ ਨੂੰ ਗੱਡੀ ਥੱਲੇ ਰੌਂਦ ਦਿੱਤਾ ਗਿਆ। ਰਾਕੇਸ਼ ਟਕੈਤ ਨੇ ਤਾਂ ਇਹ ਵੀ ਕਿਹਾ ਕਿ ਜਿਹੜਾ ਹੈਗਾ ਐਕਸੀਡੈਂਟ ਦੇ ਵਿੱਚ ਧਾਰਾਵਾਂ ਥੋੜੀਆਂ ਘੱਟ ਲੱਗਦੀਆਂ ਨੇ, ਨਰਮ ਲੱਗਦੀਆਂ ਨੇ, ਇਸ ਕਰਕੇ ਮੰਤਰੀ ਦੇ ਮੁੰਡੇ ਨੇ ਗੱਡੀ ਥੱਲੇ ਦਰੜ ਕੇ ਮਾਰਿਆ, ਗੋਲੀ ਨਾਲ ਨਹੀਂ ਮਾਰਿਆ। ਹਾਲਾਂਕਿ ਇੱਕ ਕਿਸਾਨ ਦੀ ਗੋਲੀ ਦੇ ਨਾਲ ਵੀ ਮੌਤ ਹੋਈ ਦੱਸੀ ਜਾ ਰਹੀ ਹੈ। ਸੋ ਪਾਸ਼ ਦੀਆਂ ਜਿਹੜੀਆਂ ਲਾਈਨਾਂ ਨੇ ਉਹ ਜ਼ਰੂਰ ਸਾਂਝੀਆਂ ਕਰ ਰਹੇ ਨੇ ਸਾਰੇ ਕਿ ਇਹ ਜਿਹੜੀ ਸਲਤਨਤ ਹੈ, ਜਿਹੜੀ ਗੁੰਡਿਆਂ ਦੀ ਸਲਤਨਤ ਹੈ, ਮੈਂ ਇਸ ਦਾ ਨਾਗਰਿਕ ਹੋਣ ਤੇ ਥੁੱਕਦਾ ਹਾਂ। ਤੇ ਸ਼ਾਇਦ ਇਹੀ ਹਰ ਕੋਈ ਮਹਿਸੂਸ ਕਰ ਰਿਹਾ ਕਿ ਕੀ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਕਰਨ ਦਾ ਵੀ ਹੱਕ ਨਹੀਂ ਹੈ ਕਿ ਸਿਆਸੀ ਲੋਕ ਜਾਂ ਫਿਰ ਉਹਨਾਂ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਅਮੀਰਾਂ ਦੇ ਕਾਕੇ ਨੇ, ਜਿਹੜੇ ਵਿਗੜੈਲ ਮੁੰਡੇ ਨੇ, ਉਹ ਇੰਨੇ ਜ਼ਿਆਦਾ
ਉਹਨਾਂ ਦੇ ਵਿੱਚ ਹਉਮੈ ਆ ਗਈ ਹੈ ਤੇ ਇੰਨੀ ਜ਼ਿਆਦਾ ਫਤੂਰ ਉਹਨਾਂ ਦੇ ਸਿਰ ਤੇ ਚੜ ਗਿਆ ਸਿਆਸਤ ਦਾ ਕਿ ਉਹ ਕਿਸੇ ਦੀ ਜਾਨ ਨੂੰ ਵੀ ਨਹੀਂ ਬਖਸ਼ਦੇ ਹੈਗੇ। ਸੋ ਉਹ ਜਿਹੜੀ ਘਰਾਂ ਨੂੰ ਘਾਟਾ ਪਿਆ ਹੈ, ਮਾਵਾਂ ਦੀ ਝੋਲੀ ਸੁੰਨੀ ਹੋਈ ਹੈ, ਘਰ ਜਿਹੜੇ ਸੁੰਨੇ ਹੋਏ ਨੇ ਉਹ ਘਾਟਾ ਸ਼ਾਇਦ ਕੋਈ ਵੀ ਪੂਰਾ ਨਹੀਂ ਕਰ ਸਕਦਾ। ਦੁਖਦਾਈ ਘਟਨਾ ਵਾਪਰੀ ਹੈ, ਵੱਡੀ ਘਟਨਾ ਦੁਖਦਾਈ ਵਾਪਰੀ ਹੈ। ਸੋ ਸਾਰੇ ਹੁਣ ਇਹੀ ਆਸ ਦੇ ਵਿੱਚ ਨੇ ਕਿ ਸੰਘਰਸ਼ ਹੈ ਜਿਹੜਾ ਮੁੜ ਆਪਣੇ ਉਸੇ ਜਲਾਅ ਦੇ ਵਿੱਚ, ਉਸੇ ਜੋਬਨ ਦੇ ਵਿੱਚ ਹੁਣ ਆ ਜਾਏਗਾ, ਕਿਉਂਕਿ ਖੂਨ ਦੇ ਨਾਲ ਹੁਣ ਇਹ ਸਿੰਜਿਆ ਗਿਆ ਹੈਗਾ। ਪਰ ਸ਼ਰਨ ਜੀ ਦੇਖੋ, ਜਿਹੜੀ ਘਟਨਾ ਤੋਂ ਬਾਅਦ ਵੱਡੀ ਗੱਲ ਜਿਹੜੀ ਇੱਕ ਮੇਰੇ ਮਨ ਨੂੰ ਬਾਰ-ਬਾਰ ਆ ਰਹੀ ਹੈ ਕਿ ਸਰਕਾਰ ਦੇ ਜ਼ੁਲਮ ਤਾਂ ਫਿਰ ਵੀ ਰੁਕੇ। ਤੁਸੀਂ ਧਾਰਾ ਦਫ਼ਾ 144 ਲਾਤੀ ਉੱਥੇ, ਫਿਰ ਤੁਸੀਂ ਸ਼ਰੇਆਮ ਕਹਿਤਾ ਕਿ ਪੰਜਾਬੀਆਂ ਨੂੰ ਯੂਪੀ 'ਚ ਐਂਟਰ ਨਹੀਂ ਹੋਣ ਦੇਣਾ, ਬਿਲਕੁਲ ਇੰਟਰਨੈਟ ਵੀ ਬੰਦ ਕਰ ਦਿੱਤਾ, ਇੰਟਰਨੈਟ ਕੱਲ੍ਹ ਹੀ ਬੰਦ ਕਰਤਾ। ਮਤਲਬ ਇਹ ਕਹਿਣਾ ਕਿ ਪੰਜਾਬੀਆਂ ਨੂੰ ਜਿਹੜਾ ਉੱਥੇ ਦਾਖਲ ਨਹੀਂ ਹੋਣ ਦੇਣਾ ਹੈਗਾ, ਇਹ ਤਾਂ ਮਤਲਬ ਤੁਹਾਡੇ ਜਿਹੜੇ ਕਿਤੇ ਵੀ ਜਿਹੜਾ ਜ਼ੁਲਮ ਆ ਇੰਤਹਾ ਆ ਉਹ ਕਿਤੇ ਰੁਕੇ ਨਹੀਂ ਰਿਹਾ ਜੀ। ਬੜੀ ਹੈਰਾਨੀ ਦੀ ਗੱਲ ਇਹ ਹੈ। ਇੱਕ ਕਿਹੜਾ ਹੈ ਜਿਹੜੀ ਪੰਜਾਬ ਦੇ ਨਾਲ, ਉਹ ਯਾਨੀ ਕਿ ਯੂਪੀ ਦੀ ਸਰਕਾਰ ਵੀ ਕੱਢ ਰਹੀ ਹੈ ਕਿਤੇ ਨਾ ਕਿਤੇ ਜਿਹੜੀ ਸ਼ੈ ਹੈ ਉਹ ਸੈਂਟਰ ਸਰਕਾਰ ਦੀ ਜ਼ਾਹਿਰ ਤੌਰ ਤੇ ਮਿਲਦੀ ਹੈ, ਕਿਉਂਕਿ ਜਦੋਂ ਵੀ ਪ੍ਰਧਾਨ ਮੰਤਰੀ ਸਮੇਤ ਖੇਤੀਬਾੜੀ ਮੰਤਰੀ ਨੇ ਬਥੇਰੀ ਵਾਰੀ ਅਜਿਹੇ ਬਿਆਨ ਦਿੱਤੇ ਨੇ ਕਿ ਪੰਜਾਬ ਦੇ ਕਿਸਾਨਾਂ ਨੂੰ ਹੀ ਜ਼ਿਆਦਾ ਤਕਲੀਫ ਹੈਗੀ ਹੈ, ਬਾਕੀ ਤਾਂ ਸਾਰੇ ਮੰਨੇ ਬੈਠੇ ਨੇ। ਸੋ ਕੱਲੇ ਪੰਜਾਬ ਦੇ ਉੱਤੇ ਪੰਜਾਬ ਦੇ ਪੰਜਾਬੀਆਂ ਦੇ ਦਾਖਲੇ ਤੇ ਪਾਬੰਦੀ ਲਾਉਣੀ, ਇਹ ਵੀ ਕਿਤੇ ਨਾ ਕਿਤੇ ਬਹੁਤ ਵੱਡੇ ਸੰਕੇਤ ਕਰਦਾ ਹੈ। ਤੇ ਜਿਹੜੇ 4 ਕਿਸਾਨਾਂ ਦੀ ਮੌਤ ਹੋਈ ਹੈ ਉਹ ਚਾਰੇ ਕਿਸਾਨ ਸਿੱਖ ਭਾਈਚਾਰੇ ਨਾਲ ਸੰਬੰਧਿਤ ਸਨ। ਸੋ ਕੱਲ ਨੂੰ ਫਿਰ ਕਿਸੇ ਖਾਸ ਮੁੱਦੇ ਤੇ ਚਰਚਾ ਕਰਾਂਗੇ। ਖਾਲਸ ਚਰਚਾ ਦੇ ਵਿੱਚ ਹੁਣ ਇਜਾਜ਼ਤ ਦਿਓ। ਬਨਵੈਦ ਸਾਹਿਬ ਤੁਹਾਡਾ ਵੀ ਧੰਨਵਾਦ ਤੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।